ਚੇਅਰਮੈਨ ਜਿਹੜਾ ਹੰਕਾਰੀ ਚੇਅਰਮੈਨ ਕਹੂੰਗਾ ਜਿਹਦੇ ਆਪਣੇ ਕੰਜ਼ਿਊਮਰ ਲਈ ਸਮਾਂ ਨਹੀਂ। ਅਸੀਂ ਇੰਡਸਟਰੀ ਦੀ ਨੁਮਾਇੰਦਗੀ ਕਰਦੇ ਹਾਂ। ਅਸੀਂ ਪੰਜ ਜਾਣੇ ਨਹੀਂ, ਅਸੀਂ 5 ਐਸੋਸੀਏਸ਼ਨਾਂ ਦੇ ਨੁਮਾਇੰਦੇ ਬੈਠੇ ਹਾਂ। ਤੇ ਜੇ ਚੇਅਰਮੈਨ ਕੋਲੇ ਇੰਡਸਟਰੀ ਦੇ ਨੁਮਾਇੰਦਿਆਂ ਨੂੰ ਮਿਲਣ ਦਾ ਸਮਾਂ ਨਹੀਂ, ਫਿਰ ਉਹਨੂੰ ਕੁਰਸੀ ਤੇ ਬਹਿਣ ਦਾ ਵੀ ਕੋਈ ਹੱਕ ਨਹੀਂ। ਇਹਨਾਂ ਨੂੰ ਬਿੱਲ ਗਏ ਆ ਜਾਂ ਉਹਦੇ 'ਚ ਕੋਈ ਵਾਧਾ ਹੋਇਆ ਵਾ ਜਾਂ ਉਸ ਤਰ੍ਹਾਂ ਕੋਈ ਉਹਦੇ ਬਾਰੇ ਕੋਈ ਵੀ ਇਹਨਾਂ ਨੇ ਮੈਮੋਰੈਂਡਮ ਨਹੀਂ ਦਿੱਤਾ। ਜੇ ਮੈਮੋਰੈਂਡਮ ਦਿੱਤਾ ਹੋਵੇ ਤਾਂ ਅਸੀਂ ਅੱਗੇ ਫਾਰਵਰਡ ਕਰੀਏ ਜਾਂ ਇਹਦੇ ਤੇ ਉੱਪਰ ਸਰਕਾਰ ਜਾਂ ਰੈਗੂਲੇਟਰੀ ਕਮਿਸ਼ਨ ਜੋ ਵੀ ਇਹਦਾ ਫੈਸਲਾ ਕਰਨਾ ਹੈ ਕਿ ਇੰਡਸਟਰੀਲਿਸਟ ਫੈਕਟਰੀ ਬੰਦ ਕਰੇ, ਬੰਦ ਦੇ ਪੈਸੇ ਦੇਵੇ, ਕਾਰਖਾਨੇਦਾਰ ਚਲਾਵੇ ਤੇ ਜੁਰਮਾਨੇ ਦੇਵੇ। ਚਾਬੀਆਂ ਲੈ ਲਓ, ਆ ਬਿੱਲ ਲੈ ਲਓ, ਸਾਨੂੰ ਕਰ ਦਿਓ ਅੰਦਰ, ਪਰਿਵਾਰਾਂ ਦੀ ਦਿਓ ਰੋਟੀ, ਵਰਕਰਾਂ ਦੀ ਦਿਓ ਤੁਸੀਂ ਤਨਖਾਹਾਂ। ਪੰਜਾਬ ਸਰਕਾਰ ਕਿਉਂ ਨਹੀਂ ਅੱਜ ਮੇਰੀ ਗੱਲ ਸੁਣਦੀ? ਜਿਹੜੀਆਂ ਸਾਡੇ ਦਿੱਤੇ ਟੈਕਸਾਂ ਨਾਲ ਉਹ ਮਾਣ ਰਿਹਾ, ਇਹਦੇ ਪਟਿਆਲੇ ਮਹਿਲ 'ਚ ਵੜ ਕੇ ਇਸ ਹੰਕਾਰੀ ਚੇਅਰਮੈਨ ਨੂੰ ਉੱਥੇ ਬੈਠ ਕੇ ਇਹਨੂੰ ਕੁੰਭ ਕਰਨੀ ਨੀਂਦ ਜਗਾ ਕੇ ਛੱਡਾਂਗੇ। ਪਰ ਜਿਹੜੇ ਇੰਡਸਟਰੀ ਤੇ ਨਜਾਇਜ਼ ਜੁਰਮਾਨੇ ਪਏ ਆ ਉਹ ਲੈਣ ਨਹੀਂ। ਬਿਜਲੀ ਨੂੰ ਲੈ ਕੇ ਹੋਰ ਵੀ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮਸ ਆ ਰਹੀਆਂ ਜਿਸ ਨੂੰ ਲੈ ਕੇ ਜਿਹੜੇ ਇੰਡਸਟਰੀ ਜਿਹੜੇ ਆ ਬਾਰ-ਬਾਰ ਪਰੇਸ਼ਾਨ ਹੋ ਰਹੇ? ਅਸਲ 'ਚ ਜਦੋਂ ਲੋਕਡਾਊਨ ਸੀ, ਸੀਐਮ ਸਾਹਿਬ ਨੇ ਅਨਾਉਂਸ ਕੀਤਾ ਸੀ ਵੀ ਫੈਕਟਰੀਆਂ ਬੰਦ ਨੇ, ਇਹਨਾਂ ਤੋਂ ਬਿੱਲ ਨਹੀਂ ਲੈਣੇ। ਪਰ ਬਿਜਲੀ ਬੋਰਡ ਨੇ ਪੰਜੀ ਨਹੀਂ ਛੱਡੀ। ਮਤਲਬ ਆਪਣੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਵੀ ਇਹ ਚੇਅਰਮੈਨ ਟਿੱਚ ਜਾਣਦਾ। ਮੈਂ ਇੱਥੇ ਕਰਦਾ ਵਾਂ ਕਿ ਅਸੀਂ ਅਫਸਰਸ਼ਾਹੀ ਦੀ ਗਲਤ ਚਾਲ ਦੇ ਵਿੱਚ ਸਰਕਾਰ ਨੂੰ ਚਿਤਾ ਕੇ ਦੱਸਾਂਗੇ ਵੀ ਅਫਸਰ ਗਲਤ ਨੇ। ਇੰਡਸਟਰੀ ਐਂਡ ਟ੍ਰੇਡ ਤੁਹਾਡੀ ਹੈ, ਤੁਸੀਂ ਸਾਡੀ ਸਾਰ ਲਓ, ਸਾਨੂੰ ਅਫਸਰਾਂ ਤੋਂ ਪਰੇ ਬਿਠਾ ਕੇ। ਅਸੀਂ ਮੈਸੇਜ ਕੀਤਾ ਕਿ ਮਿਲਣਾ ਚਾਹੁੰਦੇ ਹਾਂ, ਸਾਫ਼ ਮਨਾ ਕਰਤਾ ਮਿਲਣਾ ਨਹੀਂ, ਵੀਡੀਓ ਕਾਲ ਕਰੋ। ਤੇ ਅਸੀਂ ਪੁੱਛਿਆ ਵੀ ਕਦੋਂ ਕਰੀਏ, ਤੇ ਕੋਈ ਜਵਾਬ ਨਹੀਂ। ਅਸਲ 'ਚ ਹੰਕਾਰ ਬੋਲਦਾ। ਪਰ ਉਹਨੂੰ ਜਿਹੜੀ ਉਹ ਕੁੰਭ ਕਰਨੀ ਨੀਂਦ ਸੁੱਤਾ, ਉਹਨੂੰ ਜਗਾ ਜ਼ਰੂਰ ਦਿਆਂਗੇ। ਅੱਜ ਉਹਨੂੰ ਸੰਕੇਤਕ ਜਿਹੜਾ ਅਸੀਂ 4 ਦਿਨ ਦਾ ਲਗਾਤਾਰ ਧਰਨਾ 5 ਮੈਂਬਰਾਂ ਦਾ ਉਹ ਲਾਇਆ। ਅੱਜ ਦੇ ਹਾਲਾਤ ਕੈਸੇ ਹੈ, ਔਰ ਜੁਰਮਾਨੇ ਉਹ ਵੀ ਨਜਾਇਜ਼ ਜੁਰਮਾਨੇ ਇਸ ਹਿਸਾਬ ਨਾਲ ਪਾਏ ਆ ਕਿ ਜੇ ਅਸੀਂ ਇੱਕ ਦਿਨ ਇਹਨਾਂ ਦੇ ਮਨਜ਼ੂਰ ਲੋੜ ਤੋਂ ਵੱਧ ਲੋਡ ਚਲਾ ਲਿਆ, ਇੱਕ ਦਿਨ, ਤੇ ਇਹਨਾਂ ਨੇ ਸਾਨੂੰ ਜੁਰਮਾਨਾ ਸਾਲ ਦਾ ਪਾਤਾ। ਜੇ ਇੱਕ ਦਿਨ ਵੱਧ ਚਲਾਇਆ ਤਾਂ ਇੱਕ ਦਿਨ ਦਾ ਜੁਰਮਾਨਾ ਪਾਓ, ਸਾਲ ਦਾ ਜੁਰਮਾਨਾ ਕਿਉਂ? ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਲਗਾਤਾਰ ਜਿੱਥੇ ਲੋਕਡਾਊਨ ਲੱਗਿਆ ਸੀ ਉਸ ਵੇਲੇ ਜਿਹੜੇ ਆਮ ਪਬਲਿਕ ਵੀ ਪਰੇਸ਼ਾਨ ਹੋਈ ਸੀ ਬਿਜਲੀ ਬਿੱਲਾਂ ਨੂੰ ਲੈ ਕੇ, ਉੱਥੇ ਇੰਡਸਟਰੀਅਲਿਸਟ ਜਿਹੜੇ ਨੇ ਉਹ ਵੀ ਪਰੇਸ਼ਾਨ ਹੋ ਰਹੇ ਨੇ। ਹਾਲਾਂਕਿ ਪਿਛਲੇ ਦਿਨ ਜਿਹੜਾ ਕੈਪਟਨ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਜਿਹੜੀ ਇਹ ਯੂਨਿਟਾਂ ਮਾਫ ਕੀਤੀਆਂ ਜਾਣਗੀਆਂ। ਕੁਝ ਕੁ 1 ਰੁਪਏ ਨੂੰ ਲੈ ਕੇ ਤੇ 50 ਪੈਸੇ ਨੂੰ ਲੈ ਕੇ ਜਿਹੜਾ ਆ ਬਹੁਤ ਸਾਰੇ ਲੋਕਾਂ ਨੇ ਮਜ਼ਾਕ ਵੀ ਉਡਾਇਆ ਸੀਗਾ ਕਿ ਯੂਨਿਟ ਜਿਹੜੀ ਮਾਫ ਕੀਤੀ ਗਈ ਹੈ। ਔਰ ਉੱਥੇ ਜਿਹੜੇ ਇੰਡਸਟਰੀਅਲਿਸਟ ਨੇ ਅੱਜ ਜਿਹੜੇ ਆ ਧਰਨਾ ਲਾਉਣ ਨੂੰ ਜਿਹੜੇ ਆ ਪ੍ਰਦਰਸ਼ਨ ਕਰਨ ਨੂੰ ਜਿਹੜਾ ਮਜਬੂਰ ਹੋਏ ਨੇ। ਅਸੀਂ ਗੱਲਬਾਤ ਕਰਦੇ ਹਾਂ ਅੱਜ। ਸਰ, ਤੁਸੀਂ ਅੱਜ ਪ੍ਰਦਰਸ਼ਨ ਕਰਨ ਦੇ ਇੱਥੇ ਬੈਠੇ ਹੋ, ਧਰਨਾ ਲਗਾਇਆ ਹੋਇਆ, ਕੀ ਚੱਕਰ ਕੀ ਪਿਆ ਤੁਹਾਨੂੰ ਇੱਥੇ ਜਿਹੜਾ ਧਰਨਾ ਲਾਉਣਾ ਪਿਆ? ਅਸਲ 'ਚ ਪਾਵਰਕਾਮ ਵੱਲੋਂ ਇੰਡਸਟਰੀ ਨੂੰ ਨਜਾਇਜ਼ ਜੁਰਮਾਨੇ ਪਾਏ ਗਏ ਆ, ਜਿਨ੍ਹਾਂ ਦੀ ਅਮਾਊਂਟ 5 ਲੱਖ ਤੋਂ ਲੈ ਕੇ 15 ਲੱਖ ਤੱਕ ਹੈ। ਅੱਜ ਦੇ ਹਾਲਾਤ ਕੈਸੇ ਹੈ, ਔਰ ਜੁਰਮਾਨੇ ਉਹ ਵੀ ਨਜਾਇਜ਼ ਜੁਰਮਾਨੇ ਇਸ ਹਿਸਾਬ ਨਾਲ ਪਾਏ ਆ ਕਿ ਜੇ ਅਸੀਂ ਇੱਕ ਦਿਨ ਇਹਨਾਂ ਦੇ ਮਨਜ਼ੂਰ ਲੋੜ ਤੋਂ ਵੱਧ ਲੋਡ ਚਲਾ ਲਿਆ, ਇੱਕ ਦਿਨ, ਤੇ ਇਹਨਾਂ ਨੇ ਸਾਨੂੰ ਜੁਰਮਾਨਾ ਸਾਲ ਦਾ ਪਾਤਾ। ਜੇ ਇੱਕ ਦਿਨ ਵੱਧ ਚਲਾਇਆ ਤਾਂ ਇੱਕ ਦਿਨ ਦਾ ਜੁਰਮਾਨਾ ਪਾਓ, ਸਾਲ ਦਾ ਜੁਰਮਾਨਾ ਕਿਉਂ? ਜੇ ਅਸੀਂ ਚੋਰੀ ਕੀਤੀ ਆ, ਤੁਸੀਂ ਫਾਹੇ ਲਾਓ। ਉਸ ਜਿਹੜਾ ਇੱਕ ਦਿਨ ਅਸੀਂ ਵੱਧ ਚਲਾਇਆ ਉਹਦਾ ਵੀ ਬਿੱਲ ਭਰਿਆ, ਵੱਧ ਦਾ ਵੀ ਬਿੱਲ ਭਰਿਆ। ਫਿਰ ਕਹਿੰਦੇ ਜੀ ਅਸੀਂ ਜਿੰਨਾ ਤੁਸੀਂ 1 ਸਾਲ 'ਚ ਬਿੱਲ ਭਰਿਆ ਉਹਨਾਂ ਬਿੱਲ ਹੋਰ ਦਿਓ। ਇਹ ਨਜਾਇਜ਼ ਜੁਰਮਾਨਾ। ਇੰਡਸਟਰੀ ਅੱਜ ਹਾਲਾਤ ਕੀ ਹੈ, ਤੇ ਸਰਕਾਰ ਤੋਂ ਉਮੀਦ ਕੀ ਸੀ ਵੀ ਇੰਡਸਟਰੀ ਨੂੰ ਕੋਈ ਰਾਹਤ ਮਿਲਣੀ ਹੈ, ਤੇ ਪਾਵਰਕਾਮ ਨੇ ਨਜਾਇਜ਼ ਜੁਰਮਾਨੇ ਪਾਇਆ। ਇਹ ਇੰਡਸਟਰੀ ਬੰਦ ਕਰਨ ਦੀ ਸਾਜ਼ਿਸ਼ ਹੈ। ਔਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਕੋਈ ਸੁਣਵਾਈ ਨਹੀਂ, ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ। ਚੇਅਰਮੈਨ ਜਿਹੜਾ ਹੰਕਾਰੀ ਚੇਅਰਮੈਨ ਕਹੂੰਗਾ ਜਿਹਦੇ ਆਪਣੇ ਕੰਜ਼ਿਊਮਰ ਲਈ ਸਮਾਂ ਨਹੀਂ। ਅਸੀਂ ਇੰਡਸਟਰੀ ਦੀ ਨੁਮਾਇੰਦਗੀ ਕਰਦੇ ਹਾਂ। ਅਸੀਂ 5 ਜਾਣੇ ਨਹੀਂ, ਅਸੀਂ 5 ਐਸੋਸੀਏਸ਼ਨਾਂ ਦੇ ਨੁਮਾਇੰਦੇ ਬੈਠੇ ਹਾਂ। ਤੇ ਜੇ ਚੇਅਰਮੈਨ ਕੋਲੇ ਇੰਡਸਟਰੀ ਦੇ ਨੁਮਾਇੰਦਿਆਂ ਨੂੰ ਮਿਲਣ ਦਾ ਸਮਾਂ ਨਹੀਂ, ਫਿਰ ਉਹਨੂੰ ਕੁਰਸੀ 'ਤੇ ਬਹਿਣ ਦਾ ਵੀ ਕੋਈ ਹੱਕ ਨਹੀਂ। ਜੇ ਉੱਥੇ ਬੈਠ ਕੇ ਸਾਡੀ ਸਮੱਸਿਆ ਨਹੀਂ ਸੁਣ ਸਕਦਾ, ਅਸੀਂ ਮੈਸੇਜ ਕੀਤਾ ਕਿ ਮਿਲਣਾ ਚਾਹੁੰਦੇ ਹਾਂ, ਸਾਫ਼ ਮਨਾ ਕਰਤਾ ਮਿਲਣਾ ਨਹੀਂ, ਵੀਡੀਓ ਕਾਲ ਕਰੋ। ਤੇ ਅਸੀਂ ਪੁੱਛਿਆ ਵੀ ਕਦੋਂ ਕਰੀਏ, ਤੇ ਕੋਈ ਜਵਾਬ ਨਹੀਂ। ਅਸਲ 'ਚ ਹੰਕਾਰ ਬੋਲਦਾ, ਤੇ ਉਹ ਸੋਚਦਾ ਵਾ ਵੀ ਕਿਤੇ ਮੈਂ ਮਿਲਣਾ ਨਹੀਂ। ਪਰ ਉਹਨੂੰ ਜਿਹੜੀ ਉਹ ਕੁੰਭ ਕਰਨੀ ਨੀਂਦ ਸੁੱਤਾ, ਉਹਨੂੰ ਜਗਾ ਜ਼ਰੂਰ ਦਿਆਂਗੇ। ਅੱਜ ਉਹਨੂੰ ਸੰਕੇਤਕ ਜਿਹੜਾ ਅਸੀਂ 4 ਦਿਨ ਦਾ ਲਗਾਤਾਰ ਧਰਨਾ 5 ਮੈਂਬਰਾਂ ਦਾ ਉਹ ਲਾਇਆ।
5 ਦਿਨਾਂ 'ਚ 4 ਦਿਨਾਂ 'ਚ ਦੇਖਾਂਗੇ। ਚੇਅਰਮੈਨ ਕੁੰਭਕਰਨੀ ਨੀਂਦ ਤੋਂ ਜੇ ਜਾਗ ਗਿਆ ਤਾਂ ਠੀਕ ਹੈ, ਨਹੀਂ ਤਾਂ ਜਗਾਉਣਾ ਸਾਨੂੰ ਆਉਂਦਾ ਵੀ ਜਿਹੜੇ ਪਟਿਆਲੇ ਮਹਿਲ 'ਚ ਬੈਠਾ ਲੱਖਾਂ ਰੁਪਏ ਦੀਆਂ ਤਨਖਾਹਾਂ, ਕਾਰਾਂ, ਕੋਠੀਆਂ ਜਿਹੜੀਆਂ ਸਾਡੇ ਦਿੱਤੇ ਟੈਕਸਾਂ ਨਾਲ ਉਹ ਮਾਣ ਰਿਹਾ, ਇਹਦੇ ਪਟਿਆਲੇ ਮਹਿਲ 'ਚ ਵੜ ਕੇ ਇਸ ਹੰਕਾਰੀ ਚੇਅਰਮੈਨ ਨੂੰ ਉੱਥੇ ਬੈਠ ਕੇ ਇਹਨੂੰ ਕੁੰਭਕਰਨੀ ਨੀਂਦ ਜਗਾ ਕੇ ਛੱਡਾਂਗੇ। ਪਰ ਜਿਹੜੇ ਇੰਡਸਟਰੀ ਤੇ ਨਜਾਇਜ਼ ਜੁਰਮਾਨੇ ਪਏ ਆ ਉਹ ਲੈਣ ਨਹੀਂ ਦੇਣੇ। ਗੱਲ ਕੀਤੀ ਹੈ ਇੰਡਸਟਰੀਜ਼ ਦੀ ਤਾਂ ਜਿਵੇਂ ਪਿਛਲੇ ਲੋਕਡਾਊਨ ਵੇਲੇ ਜਦੋਂ ਗੱਲ ਕੀਤੀ ਗਈ ਸੀ ਤਾਂ ਕਹਿੰਦੇ ਉਦੋਂ ਵੀ ਬਹੁਤ ਲੋਸ ਜਿਹੜਾ ਝੱਲਣਾ ਪਿਆ ਸੀਗਾ। ਬਿਜਲੀ ਨੂੰ ਲੈ ਕੇ ਹੋਰ ਵੀ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮਸ ਆ ਰਹੀਆਂ ਜਿਸ ਨੂੰ ਲੈ ਕੇ ਜਿਹੜੇ ਇੰਡਸਟਰੀਜ਼ ਜਿਹੜੇ ਆ ਬਾਰ-ਬਾਰ ਪਰੇਸ਼ਾਨ ਹੋ ਰਹੇ ਨੇ? ਅਸਲ 'ਚ ਜਦੋਂ ਲੋਕਡਾਊਨ ਸੀ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਸੀ ਵੀ ਫੈਕਟਰੀਆਂ ਬੰਦ ਨੇ, ਇਹਨਾਂ ਤੋਂ ਬਿੱਲ ਨਹੀਂ ਲੈਣੇ, ਪਰ ਬਿਜਲੀ ਬੋਰਡ ਨੇ ਪੰਜੀ ਨਹੀਂ ਛੱਡੀ। ਮਤਲਬ ਆਪਣੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਵੀ ਇਹ ਚੇਅਰਮੈਨ ਟਿੱਚ ਜਾਣਦਾ। ਮੈਂ ਤਾਂ ਹੈਰਾਨ ਆ ਵੀ ਜਿਹੜਾ ਚੇਅਰਮੈਨ ਆਪਣੇ ਮੁੱਖ ਮੰਤਰੀ, ਜਦ ਕਿ ਪਾਵਰ ਮਹਿਕਮਾ ਵੀ ਕੈਪਟਨ ਸਾਹਿਬ ਕੋਲ ਆ, ਤੇ ਜੇ ਉਹਨਾਂ ਦੀ ਗੱਲ ਨਹੀਂ ਸੁਣਦਾ ਸਾਡੀ ਗੱਲ ਕਿੱਥੋਂ ਸੁਣੂ? ਪਰ ਸਾਨੂੰ ਗੱਲ ਸੁਣਾਉਣੀ ਆਉਂਦੀ ਹੈ, ਅਸੀਂ ਗੱਲ ਸੁਣਾ ਦਿਆਂਗੇ ਉਹਨੂੰ। ਚੰਡੀਗੜ੍ਹ ਬੈਠੇ, ਪਟਿਆਲੇ ਬੈਠੇ ਉਹਦੇ ਦਫ਼ਤਰ 'ਚ ਵੜ ਕੇ ਉਹਨੂੰ ਗੱਲ ਸੁਣਾ ਕੇ ਆਵਾਂਗੇ। ਜਿਹੜੇ ਨਜਾਇਜ਼ ਨਾਦਰਸ਼ਾਹੀ ਫਰਮਾਨ ਜਾਰੀ ਕਰਦਾ ਨਾ, ਉੱਥੇ ਬੈਠਾ ਆਪਦੇ ਏਸੀ ਦਫ਼ਤਰ 'ਚ, ਉਹਨੂੰ ਨਹੀਂ ਪਤਾ ਵੀ ਫੈਕਟਰੀ ਚੱਲਦੀ ਕਿਵੇਂ ਆ। ਸਵੇਰੇ ਜਦੋਂ ਫੈਕਟਰੀ ਚੱਲਦੀ ਆ ਤੇ ਸ਼ਾਮ ਨੂੰ ਬੰਦ ਹੁੰਦੀ ਆ, ਸਾਨੂੰ ਪਤਾ ਕਿਹੜੇ ਹਾਲਾਤਾਂ 'ਚ ਇੰਡਸਟਰੀ ਚਲਾ ਰਹੇ ਆ, ਕਿਸ ਤਰ੍ਹਾਂ ਚਲਾ ਰਹੇ ਆ। ਪਰ ਇਹ ਜਿਹੜੇ ਨਜਾਇਜ਼ ਜੁਰਮਾਨੇ ਆ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ, ਨਾ ਅਸੀਂ ਇਹ ਦੇਣੇ ਆ ਤੇ ਉਹਨੂੰ ਸਬਕ ਵੀ ਸਿਖਾਵਾਂਗੇ। ਗੱਲ ਕੀਤੀ ਜਾਵੇ ਜਿਵੇਂ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ, ਲੋਕਾਂ ਨੇ ਮਜ਼ਾਕ ਉਡਾਇਆ, ਕਹਿੰਦੇ ਵੀ ਜਿਹੜੇ ਸਮੋਲ ਸਕੇਲ ਇੰਡਸਟਰੀਜ਼ ਉਹਨਾਂ ਨੇ ਵੀ ਬਹੁਤ ਮਜ਼ਾਕ ਉਡਾਇਆ ਕਿ 1 ਰੁਪਏ ਜਿਹੜੇ ਤੇ 50 ਪੈਸੇ ਜਿਹੜੀ ਇਹ ਗੱਲ ਕੀਤੀ ਗਈ ਸੀ ਕਿ ਵੀ ਯੂਨਿਟ ਦੇ ਕਢਾਏ ਤੇ ਜਾਣਗੇ ਜਿਵੇਂ ਜਿਵੇਂ ਕੰਜ਼ਿਊਮ ਕੀਤੀ ਜਾਊਗੀ। ਉੱਥੇ ਹੀ ਗੱਲ ਕੀਤੀ ਜਾਵੇ ਵੱਡੀਆਂ ਇੰਡਸਟਰੀਜ਼ ਦੀ, ਉਹ ਕਿੱਦਾਂ ਦੇਖਦੇ ਆ ਇਸ? ਮੈਂ ਡੀਐਸ ਚਾਵਲਾ, ਪ੍ਰੈਜ਼ੀਡੈਂਟ ਯੂਨਾਈਟਿਡ ਸਾਈਕਲ ਐਂਡ ਪਾਰਟ ਮੈਨੂਫੈਕਚਰ ਐਸੋਸੀਏਸ਼ਨ। ਅੱਜ ਮੇਰੇ ਛੋਟੇ ਵੀਰ ਸਰ ਜਸਵਿੰਦਰ ਸਿੰਘ ਠੁਕਰਾਲ ਦੇ ਇੱਕ ਕਾਲ ਦੇ ਉੱਪਰ ਪੂਰੀ ਇੰਡਸਟਰੀ ਦੀ ਨੁਮਾਇੰਦਗੀ ਕਰਦੇ ਹੋਏ ਜ਼ਮੀਨ ਤੇ ਧਰਨੇ 'ਚ ਬੈਠੇ ਹਾਂ। ਛੋਟਾ ਜਿਹਾ ਇੱਕ ਸਵਾਲ, ਪੂਰੇ ਸਰਕਾਰ ਦੇ ਕਾਨੂੰਨ ਦੇ ਵਿੱਚ ਕੋਈ ਵੀ ਸਰਕਾਰੀ ਮਹਿਕਮਾ ਹੋਵੇ, ਉਹਨਾਂ ਨੂੰ ਚਾਹੇ ਟੈਕਸ, ਚਾਹੇ ਬਿਜਲੀ ਦੇ ਬਿੱਲ, ਇੱਕ ਅਸੀਂ ਕਰ ਦਾਤਾ ਕਹੇ ਜਾਂਦੇ ਹਾਂ। ਦਾਤਾ ਮੀਨਸ ਪਰਮਾਤਮਾ ਇੱਕ ਦਾਤਾ ਦੇਣ ਵਾਲਾ। ਇੱਕ ਇੰਡਸਟਰੀ ਐਂਡ ਟ੍ਰੇਡ ਜਿਹੜੇ ਕੰਮ ਕਰਕੇ ਆਪਣੇ ਪਰਿਵਾਰ ਤੇ ਆਪਣੇ ਵਰਕਰਾਂ ਦਾ ਪੇਟ ਪਾਲਣ ਵਾਸਤੇ ਫੈਕਟਰੀਆਂ ਤੇ ਟ੍ਰੇਡ ਚਲਾਉਂਦੇ ਨੇ, ਉਹ ਇੱਕ ਦਾਤਾ ਟੈਕਸ ਦੇ ਰੂਪ ਦੇ ਵਿੱਚ ਪੈਸੇ ਦਿੰਦਾ ਸਰਕਾਰਾਂ ਨੂੰ। ਜਿਨ੍ਹਾਂ ਪੈਸਿਆਂ ਦੇ ਨਾਲ ਇਹ ਅਫਸਰ ਏਸੀਆਂ 'ਚ ਬੈਠਦੇ ਨੇ ਤੇ ਉਹ ਕਰਦਾਤਾ ਅੱਜ ਸੜਕਾਂ ਦੇ ਵਿੱਚ ਧੁੱਪ ਦੇ ਉੱਪਰ ਸੱਚਾਈ ਨੂੰ ਬਿਆਨ ਕਰਨ ਵਾਸਤੇ ਬੈਠਾ ਹੈ, ਜਿਹਨੂੰ ਸੁਣਨ ਵਾਸਤੇ ਜਿਵੇਂ ਜਸਵਿੰਦਰ ਸਿੰਘ ਨੇ ਕਿਹਾ ਵਾ ਕਿ ਅਫਸਰ ਕੋਲ ਟਾਈਮ ਨਹੀਂ। ਇਹਨਾਂ ਦੇ ਕਾਨੂੰਨ ਦੇ ਵਿੱਚ ਜਦੋਂ ਵੀ ਕੋਈ ਅਫਸਰ ਕਾਨੂੰਨ ਦਾ ਚਾਰਜ ਲੈਂਦਾ, ਉਹਨੂੰ ਇੱਕ ਵਰਡ ਲਿਖਿਆ ਜਾਂਦਾ ਪਬਲਿਕ ਸਰਵੈਂਟ। ਪਬਲਿਕ ਮੀਨਸ ਆ ਜਨਤਾ, ਸਰਵੈਂਟ ਮੀਨਸ ਉਹਨਾਂ ਦੇ ਸੇਵਾਦਾਰ। ਜਦੋਂ ਸੇਵਾਦਾਰ ਆਪਣੇ ਆਪ ਨੂੰ ਹੁਕਮਰਾਨ ਸਮਝਣ, ਜਨਤਾ ਨੂੰ ਟਿੱਚ ਸਮਝਣ, ਤੇ ਇਹ ਧਰਨਾ ਸਦੀਆਂ ਤੋਂ ਚੱਲਦਾ ਆਇਆ। ਇਹ ਜਮਹੂਰੀਅਤ ਹੱਕ ਹੈ। ਇਹ ਉਦੋਂ ਦਿਖਾਉਣਾ ਪੈਂਦਾ ਜਦੋਂ ਸਾਰੇ ਰਸਤੇ ਬੰਦ ਹੋਣ ਦੇ ਕਿਨਾਰੇ ਆ ਜਾਣ। ਮੁੱਦਾ ਬਿਜਲੀ ਬੋਰਡ ਦਾ ਸਿੰਗਲ ਕੁਐਸਚਨ ਇਹ ਕਹਿੰਦੇ ਆ ਕਿ ਅਸੀਂ ਬਿਜਲੀ ਬੋਰਡ ਨੂੰ ਜਿੰਨੀ ਉਹਨਾਂ ਦੀ ਬਿਜਲੀ ਅਸੀਂ ਵਰਤਦੇ ਹਾਂ ਉਹਦੇ ਪੈਸੇ ਦਿੰਦੇ ਹਾਂ। ਬਦਕਿਸਮਤੀ ਨਾਲ ਕਰੋਨਾ ਆਇਆ, ਪੰਜਾਬ ਸਰਕਾਰ ਨੇ ਪਿਛਲੇ ਸਾਲ ਕਿਹਾ ਕਿ ਤੁਸੀਂ ਫੈਕਟਰੀਆਂ ਬੰਦ ਕਰ ਦਿਓ, ਕਰਫਿਊ ਲਾਤੇ, ਫੈਕਟਰੀਆਂ ਖੋਲ੍ਹ ਨਹੀਂ ਸਕਦੇ। ਨਾਲ ਸੀਐਮ ਸਾਹਿਬ ਨੇ ਕਿਹਾ, ਜਦੋਂ ਅਸੀਂ ਅਪੀਲ ਕੀਤੀ ਜੇ ਫੈਕਟਰੀਆਂ ਬੰਦ ਨੇ ਅਸੀਂ ਰੋਜ਼ੀ ਰੋਟੀ ਕਿੱਥੋਂ ਲਈਏ? ਪਰ ਇੱਕ ਪੰਜਾਬੀ, ਸ਼ਾਬਾਸ਼ੀ ਹੈ ਇਹਨਾਂ ਪੰਜਾਬੀਆਂ ਤੇ ਕਾਰਖਾਨੇਦਾਰਾਂ ਤੇ, ਜਿਨ੍ਹਾਂ ਨੇ ਉਸ ਸਮੇਂ ਰੋਟੀਆਂ ਵੀ ਖਿਲਾਈਆਂ ਆਪਣੇ ਭਰਾਵਾਂ ਨੂੰ, ਵਰਕਰ ਨੂੰ, ਤਨਖਾਹਾਂ ਵੀ ਦਿੱਤੀਆਂ ਬੰਦ ਫੈਕਟਰੀਆਂ ਦੀਆਂ। ਇਦੋਂ ਵੱਧ ਕੀ ਹੈ ਕਿ ਬਿਜਲੀ ਬੋਰਡ, ਜਦੋਂ ਸੀਐਮ ਸਾਹਿਬ ਨੇ ਕਿਹਾ ਕਿ ਲਾਕਡਾਊਨ ਦੇ ਦੌਰਾਨ ਤੁਹਾਡੇ ਕੋਲੋਂ ਪੈਸੇ ਨਹੀਂ ਲਏ ਜਾਣਗੇ ਕਿਉਂਕਿ ਬਿਜਲੀ ਨਹੀਂ ਵਰਤੀ, ਉਹ ਪੈਸੇ ਵੀ ਧੱਕੇ ਨਾਲ ਸਾਡੇ ਕੋਲ ਲਏ, ਬੈਂਕਾਂ ਦੇ ਇੰਟਰਸਟ ਲਏ, ਬਾਕੀ ਖਰਚੇ ਲਏ। ਕਿਉਂਕਿ ਅੱਜ ਮੁੱਦਾ ਬਿਜਲੀ ਬੋਰਡ ਦਾ, ਮੈਂ ਬਿਜਲੀ ਬੋਰਡ ਨਾਲ ਗੱਲ ਕਰਾਂਗਾ ਕਿ ਐਤਕੀ ਬੰਦ ਫੈਕਟਰੀਆਂ ਦੇ ਬਿੱਲ ਲੈਣ ਤੋਂ ਬਾਅਦ ਇਹ ਕਿਹਾ ਗਿਆ ਕਿ ਤੁਸੀਂ ਫੈਕਟਰੀਆਂ ਐਤਕੀ ਚਲਾਉਣੀਆਂ ਬੰਦ ਨਹੀਂ ਕਰਨੀਆਂ। ਡਿਪਟੀ ਕਮਿਸ਼ਨਰ ਸਾਹਿਬ ਨੇ ਸਾਨੂੰ ਪਾਸਿਸ ਇਸ਼ੂ ਕਰਾਤੇ, ਇੰਡਸਟਰੀ ਨੇ ਪਾਸਿਸ ਇਸ਼ੂ ਕਰਕੇ ਦਿੱਤੇ। ਅਸੀਂ ਸਰਕਾਰ ਦੇ ਨਾਲ ਮਿਲ ਕੇ ਇੰਡਸਟਰੀ ਨੂੰ ਪਾਸਿਸ ਦਿਲਾਏ। 1,95,000 ਬੰਦਿਆਂ ਨੇ ਲੁਧਿਆਣੇ ਡਿਸਟ੍ਰਿਕਟ 'ਚ ਪਾਸਿਸ ਅਪਲਾਈ ਕੀਤੇ। ਮਤਲਬ ਕਿ ਉਹ ਫੈਕਟਰੀਆਂ ਚਲਾਉਣੇ ਚਾਹੁੰਦੇ ਸੀ, ਵਰਕਰ ਨੂੰ ਰੱਖਣਾ ਚਾਹੁੰਦੇ ਸੀ, ਗੇੜਾ ਮਸ਼ੀਨਾਂ ਦਾ ਦਿੰਦੇ ਰਹਿਣਾ ਚਾਹੁੰਦੇ ਸੀ। ਫਿਰ ਵੀ ਜਦੋਂ ਮਸ਼ੀਨਾਂ ਨੂੰ
ਦੁਬਾਰਾ ਚਲਾਉਣ ਦੀ ਕੋਸ਼ਿਸ਼ ਕੀਤੀ। ਸੱਚਾਈ ਇਹ ਹੈ ਕਿ ਜੇ ਮੇਰੇ ਕੋਲ 20 ਮਸ਼ੀਨਾਂ ਲੱਗੀਆਂ ਨੇ, ਅਸੀਂ ਉਹਦੇ ਲੋਡ ਦੇ ਪੈਸੇ ਦਿੰਨੇ ਆ। ਪਰ ਜਦੋਂ ਅਸੀਂ ਐਵਰੇਜ, ਬਿਜਲੀ ਬੋਰਡ ਦਾ ਕਾਨੂੰਨ ਕਹਿੰਦਾ ਕਿ ਤੁਸੀਂ ਜਿੰਨਾ ਲੋਡ ਲਿਆ ਕਦੀ ਇਕੱਠਾ ਨਹੀਂ ਚੱਲਦਾ। ਇਹ ਬਿਜਲੀ ਬੋਰਡ ਦਾ ਬਿੱਲ ਦੇਣਾ ਜੀ ਪਿਆ ਇੱਥੇ। ਇਹ ਬਿਜਲੀ ਬੋਰਡ 'ਚ ਇੱਕ ਧਾਰਾ ਹੁੰਦੀ ਆ ਕਿ ਤੁਹਾਡਾ ਸੈਂਕਸ਼ਨ ਲੋਡ ਕਿੰਨਾ ਹੈ। ਸੈਂਕਸ਼ਨ ਲੋਡ ਮੀਨਸ SL। ਨਾਲ ਇੱਕ ਧਾਰਾ ਲਿਖੀ ਹੁੰਦੀ ਹੈ CD ਕਿੰਨੀ ਹੈ, ਕੰਟੈਕਟ ਡਿਮਾਂਡ। ਮੈਂ ਕਹਿੰਦਾ ਜੀ ਮੈਨੂੰ 200 ਕਿਲੋਵਾਟ ਲੋਡ ਚੱਲ ਜਾਏ, CD ਦੇ ਅਕੋਰਡਿੰਗ ਕੰਟੈਕਟ ਡਿਮਾਂਡ ਮੇਰਾ 150 ਕਿਲੋਵਾਟ ਲੋਡ ਚੱਲੂ। ਕਦੀ ਮਨਜ਼ੂਰ 200, CD ਦੇਤੀ 150 ਦੀ। ਉਹ ਭਾਈ ਜੇ ਮਸ਼ੀਨਾਂ ਨੂੰ ਦੁਬਾਰਾ ਚਾਲੂ ਕਰਨ ਲੱਗਿਆ, ਗੇੜਾ ਦੇਣ ਕਰਨ ਲੱਗਿਆ, ਸਾਰੀਆਂ ਮਸ਼ੀਨਾਂ ਨੂੰ ਅਸੀਂ ਤੇਲ ਦੇ ਕੇ, ਧੂਪ ਬੱਤੀ ਦੇ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਪੰਜਾਬ ਸਰਕਾਰ ਦਾ ਰੈਵਨਿਊ ਆ ਜਾਏ, ਲੇਬਰ ਨੂੰ ਤਨਖਾਹ ਦੇ ਹਟੀਏ। ਪਤਾ ਲੱਗਿਆ ਕਿ 150 ਦੀ ਬਜਾਏ ਤੁਹਾਡਾ 152 ਕਿਲੋਵਾਟ ਚੱਲਿਆ, ਇੱਕ ਦਿਨ ਚੱਲਿਆ। ਕਿਉਂਕਿ ਰਿਕਾਰਡ ਹੁੰਦਾ ਸਾਡੇ ਕੋਲ ਇੱਕ MDI, ਮੈਕਸਿਮਮ ਡਿਮਾਂਡ ਇੰਡੀਕੇਟਰ, ਜਿਹੜੀ ਹਰ ਅੱਧੇ ਘੰਟੇ ਬਾਅਦ ਰਿਕਾਰਡ ਕਰਦੀ ਕਿ ਅੱਧੇ ਘੰਟੇ 'ਚ ਵੱਧ ਤੋਂ ਵੱਧ ਲੋਡ ਕਿੰਨਾ ਚੱਲਿਆ। ਅਗਲੇ ਜੇ ਅੱਧੇ ਘੰਟੇ 'ਚ ਲੋਡ ਘਟ ਗਿਆ ਤੇ ਤੁਹਾਡੇ ਕੋਲ ਇੱਕ ਹੋਰ ਕਾਨੂੰਨ ਹੁੰਦਾ ਹੈ, ਇੱਕ ਤੁਹਾਡੇ ਕੋਲ ਹੋਰ ਸਿਸਟਮ ਹੈ ਜਿਹਨੂੰ ਅਸੀਂ DDL ਕਹਿੰਦੇ ਆ। ਮੈਂ ਟੈਕਨੀਕਲ ਲੈਂਗੁਏਜ, ਕਿਉਂਕਿ ਮੈਂ ZDSC ਮੈਂਬਰ ਰਿਹਾ ਇਹਨਾਂ ਦਾ, ਡਿਸਪਿਊਟ ਸੈਟਲਮੈਂਟ ਕਮੇਟੀ 'ਚ। ਦੈਟ ਇਜ਼ ਡਾਟਾ ਡਾਊਨਲੋਡ। ਜਦੋਂ ਪੈਨ ਡਰਾਈਵ ਪਾ ਕੇ ਡਾਟਾ ਮੀਟਰ ਤੋਂ ਲਾਇਆ ਜਾਂਦਾ ਇਲੈਕਟ੍ਰੋਨਿਕ ਤੋਂ, ਉਹ ਦੱਸਦਾ ਕਿ ਤੁਹਾਡੇ ਪਿਛਲੇ ਕਿੰਨੇ ਦਿਨਾਂ 'ਚ, ਕਿੰਨੇ ਮਹੀਨਿਆਂ 'ਚ, ਹਰ ਅੱਧੇ ਘੰਟੇ 'ਚ ਕਿੰਨਾ ਲੋਡ ਚੱਲਿਆ। ਉਹ ਦੱਸਦਾ ਪਿਆ ਕਿ ਤੁਹਾਡਾ ਇੱਕ ਵਾਰੀ 2 ਕਿਲੋਵਾਟ ਲੋਡ ਵੱਧ ਚੱਲਿਆ। ਇਹਨਾਂ ਦਾ ਨਾਦਰਸ਼ਾਹੀ ਫਰਮਾਨ ਕਿ ਤੁਸੀਂ ਜਿੰਨਾ ਲੋਡ ਵੱਧ ਚਲਾਇਆ ਇੱਕ ਦਿਨ, ਉਹਨੂੰ ਅਸੀਂ ਨਹੀਂ ਗਿਣਨਾ। ਜਿੰਨਾ ਤੁਹਾਡਾ ਸੈਂਕਸ਼ਨ ਲੋਡ ਹੈਗਾ, ਕੰਟੈਕਟ ਡਿਮਾਂਡ ਹੈਗੀ ਆ, ਉਹਦੇ 1 ਸਾਲ ਦੇ ਪੈਸੇ ਲਵਾਂਗੇ। ਕੀ ਤੁਹਾਡੇ ਕੋਲ ਇਹਦਾ ਸਬੂਤ ਹੈਗਾ ਜੇ ਕੱਲ ਨੂੰ ਕਹਿ ਦੇਣ ਕਿ ਹਾਂ ਜਿਸ ਨੂੰ ਦਿਖਾਇਆ ਜਾਵੇ, ਨਹੀਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੋਵੇ ਵੀ ਪੂਰੇ ਸਾਲ ਦਾ? ਪੂਰੇ ਮੈਂ ਬਿੱਲ ਸਾਹਮਣੇ ਰੱਖਤਾ ਜੀ। ਹੁਣ ਤੁਸੀਂ ਇਹ ਦੱਸੋ ਕਿ ਇੰਡਸਟਰੀਲਿਸਟ ਫੈਕਟਰੀ ਬੰਦ ਕਰੇ, ਬੰਦ ਦੇ ਪੈਸੇ ਦੇਵੇ, ਕਾਰਖਾਨੇਦਾਰ ਚਲਾਵੇ ਤੇ ਜੁਰਮਾਨੇ ਦੇਵੇ। ਚਾਬੀਆਂ ਲੈ ਲਓ, ਆ ਬਿੱਲ ਲੈ ਲਓ, ਸਾਨੂੰ ਕਰ ਦਿਓ ਅੰਦਰ, ਪਰਿਵਾਰਾਂ ਦੀ ਦਿਓ ਰੋਟੀ, ਵਰਕਰਾਂ ਦੀ ਦਿਓ ਤੁਸੀਂ ਤਨਖਾਹਾਂ। ਪੰਜਾਬ ਸਰਕਾਰ ਕਿਉਂ ਨਹੀਂ ਅੱਜ ਮੇਰੀ ਗੱਲ ਸੁਣਦੀ? ਮੈਂ ਤੇ ਗੱਲ ਕਰਾਂਗਾ ਕਿ ਸਰਕਾਰ ਨੂੰ ਡੀਸਟੈਬਲਾਈਜ਼ ਕਰਨ ਦਾ ਬਹੁਤ ਵੱਡਾ ਇੱਕ ਸਾਜ਼ਿਸ਼ ਚੱਲ ਰਹੀ ਹੈ। ਇਹ ਜਿਹੜੇ ਬਿਊਰੋਕਰੈਟ ਨੇ, ਇਹ ਸਰਕਾਰਾਂ ਨੂੰ, ਮੰਤਰੀਆਂ ਨੂੰ, ਮੁੱਖ ਮੰਤਰੀ ਨੂੰ ਅਜਿਹੀ ਚੀਜ਼ਾਂ ਦਿਖਾਉਂਦੇ ਨੇ ਜਿਹੜੀਆਂ ਸੱਚਾਈ ਤੋਂ ਪਰੇ ਨੇ। ਸਾਡੀ ਇੰਡਸਟਰੀ ਐਂਡ ਟ੍ਰੇਡ ਤੋਂ ਸਰਕਾਰਾਂ ਨੂੰ ਬਾਹਰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਕੀ ਮੰਗਿਆ ਕਿ ਇਹ ਨੁਕਸਾਨ ਪਾਇਆ, ਆਓ ਟੇਬਲ ਤੇ ਬੈਠਦੇ ਹਾਂ। ਇੱਕ ਕਾਨੂੰਨ ਬਣਾਉਣ ਵਾਲਾ ਬਿਜਲੀ ਬੋਰਡ, ਲਾਗੂ ਕਰਨ ਵਾਲਾ ਬਿਜਲੀ ਬੋਰਡ, ਜੁਰਮਾਨੇ ਪਾਉਣ ਵਾਲਾ ਬਿਜਲੀ ਬੋਰਡ, ਅਪੀਲ ਕਰਾ ਕੇ ਅਪੀਲ ਨੂੰ ਅਸੈਪਟ ਕਰਨ ਵਾਲਾ ਕਮੇਟੀ 'ਚ ਬਿਜਲੀ ਬੋਰਡ, ਸੁਣਵਾਈ ਕਰਨ ਵਾਲੇ ਉਹੀ ਬਿਜਲੀ ਬੋਰਡ, ਨਾ ਕਰਨ ਵਾਲੇ ਫਿਰ ਬਿਜਲੀ ਬੋਰਡ। ਇਹਦਾ ਮਤਲਬ ਇੱਕ ਹੁਕਮਰਾਨ ਕਾਨੂੰਨ ਬਣਾਉਣ ਤੋਂ ਲੈ ਕੇ ਫੈਸਲਾ ਸੁਣਾਉਣ ਤੱਕ ਬੈਠੇਗਾ, ਆਪਣੇ ਫੈਸਲੇ ਨੂੰ ਕਿਹੜਾ ਅਫਸਰ ਪਲਟੇਗਾ? ਸਾਡੀ ਇਹ ਬੇਨਤੀ ਹੈ ਕਿ ਕਾਰਖਾਨੇਦਾਰ ਨੇ ਚੋਰੀ ਕੀਤੀ, ਅਸੀਂ ਪੈਰਵਾਈ ਨਹੀਂ ਕਰਦੇ। ਉਹ ਭਾਈ ਜੇ ਮੇਰੀਆਂ ਸਾਰੀਆਂ ਮਸ਼ੀਨਾਂ ਨੂੰ ਤੇਲ ਦੇਣ ਲੱਗਿਆ, ਹਲਕਾ ਜਿਹਾ ਲੋਡ ਵੱਧ ਚੱਲਿਆ, ਮੈਂ ਚੋਰੀ ਨਹੀਂ ਕੀਤੀ। ਜੇ ਮੈਂ 2 ਦਿਨ ਵੱਧ ਲੋਡ ਚਲਾ ਲਿਆ, ਉਹਦੇ ਵੀ ਮੀਟਰ ਤੇ ਪੈਸੇ ਦਿੱਤੇ ਆ ਤੁਹਾਨੂੰ। ਇਹਦਾ ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਪੰਜਾਬ 'ਚੋਂ ਇੰਡਸਟਰੀ ਬੰਦ ਹੋਵੇ। ਮੈਂ ਅੱਜ ਐਲਾਨੇ ਇੱਥੇ ਕਰਦਾ ਵਾਂ ਕਿ ਅਸੀਂ ਅਫਸਰਸ਼ਾਹੀ ਦੀ ਗਲਤ ਚਾਲ ਦੇ ਵਿੱਚ ਸਰਕਾਰ ਨੂੰ ਚਿਤਾ ਕੇ ਦੱਸਾਂਗੇ ਵੀ ਅਫਸਰ ਗਲਤ ਨੇ। ਇੰਡਸਟਰੀ ਐਂਡ ਟ੍ਰੇਡ ਤੁਹਾਡੀ ਹੈ, ਤੁਸੀਂ ਸਾਡੀ ਸਾਰ ਲਓ। ਸਾਨੂੰ ਅਫਸਰਾਂ ਤੋਂ ਪਰੇ ਬਿਠਾ ਕੇ, ਆਪਣੇ ਅਫਸਰ ਛੱਡ ਕੇ ਸਰਕਾਰ ਸਾਡੇ ਨਾਲ ਬੈਠੇ, ਸਾਡੀ ਗੱਲ ਸਮਝੇ। ਜੇ ਅਸੀਂ ਗਲਤ ਹਾਂ ਤੇ ਅਸੀਂ ਸਰਕਾਰ ਅੱਗੇ ਝੁਕਣ ਨੂੰ ਤਿਆਰ ਹਾਂ। ਜੇ ਅਫਸਰ ਗਲਤ ਨੇ, ਅਜੇ ਅਫਸਰ ਨੂੰ ਜੋ ਪੰਜਾਬ ਸਰਕਾਰ ਤੋਂ ਇੰਡਸਟਰੀ ਐਂਡ ਟ੍ਰੇਡ ਨੂੰ ਬਾਹਰ ਲੈ ਕੇ ਜਾਣਾ ਚਾਹੁੰਦੇ ਨੇ, ਤੁਰੰਤ ਉਹਨਾਂ ਨੂੰ ਕੁਰਸੀ ਤੋਂ ਲਾਇਆ ਜਾਵੇ। ਇੰਡਸਟਰੀ ਐਂਡ ਟ੍ਰੇਡ, ਮੈਂ ਤੇ ਕਹਾਂਗਾ ਕਿ ਪੁਰਾਣੇ ਸਮੇਂ 'ਚ ਰਾਜੇ ਭੇਸ਼ ਬਦਲ ਕੇ ਘਰ ਘਰ ਜਾ ਕੇ ਦੇਖਦੇ ਸੀ ਕਿ ਮੇਰੀ ਜਨਤਾ ਦੁਖੀ ਤੇ ਨਹੀਂ। ਰਾਜਾ ਜੀ, ਅੱਜ ਜੋ ਜਨਤਾ ਭੁੰਜੇ ਬੈਠੀ ਹੈ, ਧੁੱਪੇ ਬੈਠੀ ਹੈ, ਉਹ ਅਫਸਰ ਜਿਹੜੇ ਸਾਡੇ ਟੈਕਸਾਂ ਤੋਂ ਤੁਹਾਡੀਆਂ ਨੌਕਰੀਆਂ ਦੀ ਤਨਖਾਹਾਂ ਲੈਂਦੇ ਨੇ, ਏਸੀ ਬੈਠੇ ਨੇ, ਅਜਿਹੇ ਅਫਸਰਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਇੰਡਸਟਰੀ ਐਂਡ ਟ੍ਰੇਡ ਨੂੰ ਜਿਹੜੇ ਨਜਾਇਜ਼ ਜੁਰਮਾਨੇ ਪਾਏ ਗਏ ਨੇ, ਉਹ ਸਾਰੇ ਵਾਪਸ ਲਏ ਜਾਣ। ਸਰਕਾਰ ਅਤੇ ਪਬਲਿਕ ਦੇ ਵਿੱਚ ਪਾੜਾ ਪਾਉਣ ਵਾਲੇ ਬੰਦਿਆਂ ਨੂੰ ਬੇਨਕਾਬ ਕਰਕੇ ਕੁਰਸੀਆਂ ਤੋਂ ਲਾਇਆ ਜਾਵੇ।
ਤੇ ਇੰਡਸਟਰੀ ਤੇ ਜੁਰਮਾਨੇ ਨਜਾਇਜ਼ ਪਾਏ ਹੋਏ ਵਾਪਸ ਕਰਨ ਤੋਂ ਇਲਾਵਾ ਅਫਸਰਾਂ ਨੂੰ ਸਸਪੈਂਡ ਕੀਤਾ ਜਾਵੇ ਜਿਹੜੇ ਬੰਦੇ ਨਜਾਇਜ਼ ਕਰ ਰਹੇ ਨੇ। ਇੰਡਸਟਰੀ ਟ੍ਰੇਡ ਦੇ ਨਜਾਇਜ਼ ਜੁਰਮਾਨੇ ਵਾਪਸ ਕਰੋ ਧੱਕੇਸ਼ਾਹੀ ਨਹੀਂ ਚਲੇਗੀ। ਉਹ ਜਿਹੜਾ ਇਹਨਾਂ ਦੇ ਜੋ ਵੀ એનર્ਜੀ ਬਿਲਸ ਹੈ ਉਹ ਜਾਂਦੇ ਆ, ਉਹ ਕੋਈ ਇੱਕ ਸਾਡਾ ਟੈਰਿਫ ਹੈ ਡਿਸਾਈਡ ਕਰਦੀ ਹੈ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ। ਉਹਦੀਆਂ ਹਦਾਇਤਾਂ ਮੁਤਾਬਕ ਹੀ ਜੋ ਵੀ ਇਹਨਾਂ ਨੂੰ ਬਿਲਿੰਗ ਹੁੰਦੀ ਹੈ, ਉਹਨਾਂ ਦੇ ਬਾਈਲਾਜ਼ ਹੈ ਜੋ ਬਣੇ ਆ, ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਦੇ ਹਾਂ। ਹੁਣ ਇਹਨਾਂ ਨੂੰ ਜਿਹੜੇ ਹੈ ਫਿਕਸ ਚਾਰजेस ਹੈ ਉਹ ਘੱਟੋ ਘੱਟ ਦੇਣੇ ਪੈਂਦੇ ਆ, ਜਾਂ ਫੈਕਟਰੀ ਚੱਲੇ ਜਾਂ ਨਾ ਚੱਲੇ। ਜੇ ਹੁਣ ਕੋਵਿਡ ਦੌਰਾਨ ਕਈ ਜਗ੍ਹਾ ਜਿਸ ਤਰ੍ਹਾਂ ਲੋਕਡਾਊਨ ਆ, ਲੇਬਰ ਦੀ ਪ੍ਰੋਬਲਮ ਹੈ, ਹੋਰ ਜਿਹਦੇ ਕਰਕੇ ਕਿ ਨਹੀਂ ਚੱਲਦਾ, ਉਹਨਾਂ ਨੂੰ ਘੱਟੋ ਘੱਟ ਫਿਕਸ ਚਾਰਜ ਤਾਂ ਦੇਣੇ ਪੈਂਦੇ ਆ। ਪਰ ਸਰਕਾਰ ਵੱਲੋਂ ਜਿਹੜੀ ਹੈ ਅਦਰਵਾਈਜ਼ ਸਬਸਿਡੀ ਦੇ ਕੇ ਇੰਡਸਟਰੀ ਨੂੰ 5 ਰੁਪਏ ਇਲੈਕਟ੍ਰਿਸਿਟੀ ਬਿੱਲ ਜਿਹੜੇ ਰਨਿੰਗ ਚਾਰजेस ਵੀ ਆ ਓਵਰਆਲ ਜਿਹੜਾ ਉਹ ਰੇਟ ਘੱਟ। ਤੇ ਜੇ ਕੋਈ ਜੁਰਮਾਨੇ ਆ ਜਾਂ ਕਿਸ ਤਰ੍ਹਾਂ ਆ, ਉਹਦੀਆਂ ਸਾਡੀਆਂ ਜੋ ਵੀ ਸਪਲਾਈ ਕੋਡ ਦੀਆਂ ਹਦਾਇਤਾਂ ਆ ਜੋ ਉਹਦੇ ਮੁਤਾਬਕ ਕੁਝ ਜੇ ਹੋਏ ਆ ਉਹ ਯੂਜ਼ ਵਗੈਰਾ ਲਈ ਉਹ ਇਹਨਾਂ ਨੂੰ ਕਰਨੇ ਪੈਂਦੇ ਆ। ਬਾਕੀ ਇਹ ਆ ਵੀ ਹੁਣ ਕੋਵਿਡ ਤੇ ਉੱਤੇ ਜਿਹੜਾ ਹੈ ਉਹ ਬਸ ਕਿਸੇ ਦਾ ਨਹੀਂ ਹੈ, ਇਹਦੇ ਵਿੱਚ ਇਹ ਨੈਚੁਰਲ ਡਿਜ਼ਾਸਟਰ ਹੈ, ਇਹਦੇ ਵਿੱਚ ਫਿਕਸ ਚਾਰਜ ਜਿਹੜੇ ਘੱਟੋ ਘੱਟ ਆ ਉਹ ਆਪਣੇ ਇਹਨਾਂ ਨੂੰ ਦੇਣੇ ਪੈਣੇ ਆ। ਇਸ ਕਰਕੇ ਉਹ ਜਿਹੜੇ ਆ, ਕਿਉਂਕਿ ਜਦੋਂ ਇੰਡਸਟਰੀ ਬੰਦ ਹੋਵੇ ਘੱਟੋ ਉਹਦਾ ਬਿੱਲ ਆ ਰਿਹਾ ਹੋਵੇ, ਉਸ ਚੀਜ਼ ਨੂੰ ਮਹਿਸੂਸ ਕਰਦੇ ਹੋਏ ਇਹਨਾਂ ਨੇ ਜੋ ਪ੍ਰੋਟੈਸਟ ਕਰ ਰਹੇ ਆ ਉਹ ਜਿਹੜੀ ਆ ਉਹ 'ਚ PSPCL ਦਾ ਕੋਈ ਰੋਲ ਨਹੀਂ ਹੈਗਾ। ਅਸੀਂ ਜੋ ਰੈਗੂਲੇਟਰੀ ਕਮਿਸ਼ਨ ਨੇ ਸਾਨੂੰ ਘੱਟੋ ਘੱਟ ਟੈਰਿਫ ਹੈ ਉਹ ਅਸੀਂ ਉਗਰਾਉਣਾ ਹੀ ਹੈ। ਇਹਦੇ ਲਈ ਜੋ ਹੈ ਪਟੀਸ਼ਨ ਵਗੈਰਾ ਜੋ ਵੀ ਉਹਨਾਂ ਦੀ ਹੈ ਰੈਗੂਲੇਟਰੀ ਕਮਿਸ਼ਨ ਹੋਏਗੀ। ਅਸੀਂ ਉਸ ਲੈਵਲ ਦੇ ਉੱਤੇ ਨਾ ਸਾਡਾ ਨਾ ਮੈਨੇਜਮੈਂਟ ਲੈਵਲ 'ਤੇ ਕੋਈ ਫੈਸਲਾ ਅਸੀਂ ਲੈ ਸਕਦੇ। ਦੇਖੋ ਜੀ ਗੱਲ ਇਹ ਆ ਵੀ ਜਿਸ ਤਰ੍ਹਾਂ ਬਿੱਲ ਜਿਹੜੇ ਆ ਉਹ ਸਾਡੇ ਅਧੀਨ ਜਿਹੜੇ ਮੰਡਲ ਦਫ਼ਤਰ ਹੈ ਉਹਨਾਂ ਤੋਂ ਜਾਂਦੇ ਆ, ਨੈਚੁਰਲੀ ਉਹ ਇੱਥੋਂ ਸ਼ੁਰੂ ਹੋਣਗੇ ਜਿੱਥੋਂ ਬਿੱਲ ਆਪਣਾ ਗਿਆ ਹੈ। ਤੇ ਉਹ ਜਿਹੜੇ ਬਿੱਲ ਹੈ ਉਹ ਸਾਡੇ ਦਫ਼ਤਰੋਂ ਜਾਂਦੇ ਆ। ਇੱਥੋਂ ਜਿਹੜੇ ਹੈ ਉਹ ਸਾਨੂੰ ਇਹਨਾਂ ਨੇ ਆਪਣੀ ਜਿਹੜਾ ਵੀ ਕੁਝ ਇਹਨਾਂ ਨੂੰ ਬਿੱਲ ਗਏ ਆ ਜਾਂ ਉਹਦੇ 'ਚ ਕੋਈ ਵਾਧਾ ਹੋਇਆ ਵਾ ਜਾਂ ਕੁਛ ਤਰ੍ਹਾਂ ਕੋਈ ਉਹਦੇ ਬਾਰੇ ਕੋਈ ਵੀ ਇਹਨਾਂ ਨੇ ਮੈਮੋਰੈਂਡਮ ਨਹੀਂ ਦਿੱਤਾ। ਜੇ ਮੈਮੋਰੈਂਡਮ ਦਿੱਤਾ ਹੋਵੇ ਤਾਂ ਅਸੀਂ ਅੱਗੇ ਫਾਰਵਰਡ ਕਰੀਏ ਜਾਂ ਇਹਦੇ ਤੇ ਉੱਪਰ ਸਰਕਾਰ ਜਾਂ ਰੈਗੂਲੇਟਰੀ ਕਮਿਸ਼ਨ ਜੋ ਵੀ ਇਹਦਾ ਫੈਸਲਾ ਲੈਣਾ ਹੈ ਮੈਨੇਜਮੈਂਟ ਨੇ ਲੈਣਾ ਹੈ। ਸਾਨੂੰ ਤਾਂ ਇੱਕ ਤਰ੍ਹਾਂ ਜੋ ਇੰਸਟਰਕਸ਼ਨਸ ਆਈਆਂ ਵੀ ਆਹ ਤੁਸੀਂ ਘੱਟੋ ਘੱਟ ਰੇਟ ਲੈਣਾ ਵਾ, ਫਿਕਸ ਚਾਰजेस ਦਾ ਆਹ ਰੇਟ ਲੈਣਾ ਵਾ, ਜਿੰਨੀ ਬਿਜਲੀ ਤੁਹਾਡੀ ਵਰਤੀ ਗਈ ਆ ਪਰ ਯੂਨਿਟ ਦਾ ਅਸੀਂ ਸਟ੍ਰਿਕਟਲੀ ਉਹਦੇ ਅਕੋਰਡਿੰਗਲੀ ਇੰਪਲੀਮੈਂਟ ਕਰਦੇ ਹਾਂ। ਤੇ ਇਹ ਪਿਛਲੇ ਸਾਲ ਵੀ ਇਹਨਾਂ ਨੇ ਫਿਕਸ ਚਾਰजेस ਦਿੱਤੇ ਆ, ਪਿਛਲੇ ਸਾਲ ਵੀ ਕੋਵਿਡ ਸੀਗਾ ਉਦੋਂ ਵੀ ਦਿੱਤੇ ਆ, ਕੁਝ ਪੀਰੀਅਡ ਦੇ ਸ਼ਾਇਦ ਨਹੀਂ ਵੀ ਦਿੱਤੇ ਆ ਜਾਂ ਕਿਸ ਤਰ੍ਹਾਂ ਹੈ। ਤੇ ਇਹਦੇ ਵਿੱਚ ਜੋ ਵੀ ਫੈਸਲਾ ਹੈ ਇਹ ਸਾਡੇ ਲੈਵਲ ਤੇ ਨਹੀਂ ਹੈ, ਇਹ ਰੈਗੂਲੇਟਰੀ ਕਮਿਸ਼ਨ ਹੀ ਹਮੇਸ਼ਾ ਹੀ ਜਿਹੜਾ ਹੈ ਉਹ ਰੇਟ ਪੇਸ਼ ਕਰਦਾ ਵਾ ਟਰੂ ਆ। ਉਹਦੇ ਵਿੱਚ ਵੀ ਆਹ ਜਿਹੜਾ ਆ ਫੋਰਸ ਮੇਜਰ ਕਲਾਉਜ਼ ਜਿਹੜੀ ਆ ਜੋ ਵੀ ਹੈ ਵੀ ਇਸ ਚੀਜ਼ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਵੀ ਇਹ ਨੈਚੁਰਲ ਡਿਜ਼ਾਸਟਰ ਕਰਕੇ ਲੋਕਡਾਊਨ ਹੋਏਗਾ ਜਾਂ ਕਿਸ ਤਰ੍ਹਾਂ। ਠੀਕ ਹੈ, ਇੱਕ ਨੈਚੁਰਲ ਹੋ ਗਿਆ ਸਭ ਨੂੰ। ਹੁਣ ਕੋਵਿਡ ਕਈ ਜਗ੍ਹਾ ਜੌਬਸ ਨਹੀਂ ਹੈ ਲੋਕਾਂ ਕੋਲ ਜਾਂ ਕਿਸ ਤਰ੍ਹਾਂ ਕਈਆਂ ਦੇ ਛੋਟੇ ਤੋਂ ਛੋਟੇ ਬੰਦੇ ਕੋਲ ਵੀ ਕੋਵਿਡ 'ਚ ਜੌਬ ਨਹੀਂ ਹੈਗੀ। ਜਦੋਂ ਲੋਕਡਾਊਨ ਹੀ ਹੋ ਗਿਆ ਉਹ ਬੰਦਾ ਆਪਣਾ ਕਾਰੋਬਾਰ ਕਈ ਨਹੀਂ ਬਹੁਤ ਕਰ ਸਕਦੇ ਹੁੰਦੇ। ਠੀਕ ਹੈ ਨਾ, ਇਸ ਕਰਕੇ ਸੋ ਅੱਜ ਇੰਡਸਟਰੀਜ਼ ਦੇ ਵੱਲੋਂ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਔਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਹੈ ਕਿ ਜਿਹੜਾ ਜੁਰਮਾਨੇ ਲਗਾਏ ਗਏ ਉਹਨਾਂ ਨੂੰ ਵਾਪਸ ਲਿਆ ਜਾਵੇ। ਸੋ ਦੇਰੀ ਅਪਡੇਟਸ ਜੁੜੇ ਰਹੋ ਟਾਈਮਸ ਨਾਲ। ਕੈਮਰਾਮੈਨ ਹਰੀ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ।